सत श्री अकाल दोस्तों, मैं सतनाम धालीवाल ग्लोबल एक्सैस वीज़ा एंड इमीग्रेशन कोटकपुरा तो अपने चैनल एस धालीवाल वास्ते तुहाडा स्वागत करदा जी। उम्मीद करदा तुसीं सारे ठीक ठाक होवोगे, चढ़दी कला दे विच होवोगे। तुहाडे नाल जिहड़ी हैगी आपां अज एक सक्सैस स्टोरी शेयर करते हैं और एक IRCC वालों बहुत वड्डा अपडेट दिता गया है जो कि स्पाउसल ओपन वर्क परमिट दीआं स्पैशली एप्लीकेशन के उत्ते बहुत ज़्यादा उस चीज़ का इफैक्ट पै रहा। ठीक है, कैप्स नोट ਨੂੰ ਲੈ ਕੇ ਉਹਨਾਂ ਨੇ ਇੱਕ ਅਪਡੇਟ ਦਿੱਤਾ ਕਿਉਂਕਿ ਜੋ ਚੀਜ਼ਾਂ ਕੈਪਸ ਨੋਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਸੀ ਜਿਹਨੂੰ ਆਪਾਂ ਕਹਿੰਦੇ ਸੀ ਕਿ ਮੇਨ ਪੈਰਾਗ੍ਰਾਫ ਦੀ ਗੱਲ ਕਰ ਲਈਏ ਜਾਂ ਪ੍ਰਿੰਸੀਪਲ ਪੈਰਾਗ੍ਰਾਫ ਦੀ ਗੱਲ ਕਰ ਲਈਏ, ਜੋ ਆਪਾਂ ਨੂੰ ਕੈਪਸ ਨੋਟ ਅਪਲਾਈ ਕਰਕੇ ਆਪਾਂ ਨੂੰ ਰੀਜ਼ਨ ਪਤਾ ਕਰਨਾ ਪੈਂਦਾ ਸੀ, ਉਹਨਾਂ ਚੀਜ਼ਾਂ ਦੇ ਨਾਲ IRCC ਨੇ ਆਪਾਂ ਨੂੰ ਇੱਕ ਅਪਡੇਟ ਦਿੱਤਾ ਹੈਗਾ। ਸੋ ਆਪਾਂ ਪਹਿਲਾਂ ਤੁਹਾਡੇ ਨਾਲ ਸਕਸੈਸ ਸਟੋਰੀ ਜਿਹੜੀ ਹੈਗੀ ਹੈ ਸ਼ੇਅਰ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਉਹ IRCC ਦਾ ਕਿਹੜਾ ਅਪਡੇਟ ਹੈਗਾ ਤੇ ਲਾਈਕ ਉਹਨਾਂ ਨੇ ਕੀ ਉਸ ਚੀਜ਼ ਦੇ ਵਿੱਚ ਚੇਂਜਸ ਕੀਤੀਆਂ ਹੈਗੀਆਂ। ਠੀਕ ਹੈ, ਤੇ ਉਹਦੇ ਨਾਲ ਆਪਾਂ ਨੂੰ ਜੋ ਹੈਗੇ ਜੋ ਰਿਫਿਊਜ਼ਲਸ ਆਉਂਦੀਆਂ ਨੇ ਜਾਂ ਜਿੰਨਾ ਵੀ ਐਪਲੀਕੈਂਟਸ ਦਾ ਹੋ ਗਿਆ ਕਿ फाइलां जिहड़ियां लगदियां ने उन्हां दे उपर किस तरीके नाल उस चीज़ का एक पॉजिटिव इंपैक्ट पैण वाला हैगा। सो उन्हां चीज़ां दे उपर सारा आपां गल करदे हैगे क्योंकि बहुत सारे कंसलटेंट्स या एजेंट्स इस चीज़ नूं लैके एक बहुत तगड़ा स्कैम जिहड़ा हैगा चला रहे हैं तो बहुत ज़्यादा पैसे जिहड़े हैगे एप्लीकेंट्स तो ले जा रहे। ठीक है जी, आ वीर दा अपने कोल पासपोर्ट रिसीव होया जी। ये वीर दा नाम भी अमनदीप सिंह हैगा जी। ठीक है, कल वाले वीर भी सीगे अमनदीप सिंह सी, वो सीगे अपने फाजिलका आरनिया वाला तो ਤੇ ਇਹ ਵੀਰ ਆਪਣੇ ਹੈਗੇ ਨੇ ਜੀ ਸੰਗਰੂਰ ਏਰੀਆ ਤੋਂ ਬਿਲੋਂਗ ਕਰਦੇ ਨੇ ਅਮਨਦੀਪ ਸਿੰਘ ਤੇ ਇਹਨਾਂ ਦੀ ਸਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਜਿਹੜੀ ਹੈਗੀ ਆਪਾਂ ਲੌਂਚ ਕੀਤੀ ਸੀ। ਇਸ ਵੀਰ ਦੀ ਇੱਕ ਵਾਰ ਸਪਾਊਸਲ ਓਪਨ ਵਰਕ ਪਰਮਿਟ ਦੀ ਰਿਫਿਊਜ਼ਲ ਸੀ ਪਹਿਲਾਂ। ਠੀਕ ਹੈ ਜੀ, ਔਰ ਇਹਨਾਂ ਦੇ ਵਾਈਫ ਜਿਹੜੇ ਹੈਗੇ ਆ ਹੁਣ ਵਰਕ ਪਰਮਿਟ ਤੇ ਸੀ ਜਦੋਂ ਆਪਾਂ ਇਹਨਾਂ ਦੀ ਫਾਈਲ ਲਗਾਈ ਤੇ ਫਾਈਲ ਆਪਾਂ ਇਹਨਾਂ ਦੀ ਲਗਾਈ ਸੀ ਜੀ 17 ਜਨਵਰੀ 2022 ਨੂੰ ਆਪਾਂ ਇਹਨਾਂ ਦੀ ਸਪਾਊਸਲ ਓਪਨ ਵਰਕ ਪਰਮਿਟ ਦੀ ਫਾਈਲ ਰੀਲੌਂਚ ਕੀਤੀ ਸੀ। ਰਿਫਿਊਜ਼ਲ ਦੇ ਰੀਜ਼ਨਸ ਉਹਦੇ ਵਿੱਚ ਸੀਗੇ ਜੀ ਤੁਹਾਡੇ ਉਹੀ ਪਰਸਨਲ ਐਸੈਟਸ ਐਂਡ ਫਾਈਨੈਂਸ਼ੀਅਲ ਸਟੇਟਸ ਜੋ ਅੱਜ ਦੀਆਂ ਰਿਫਿਊਜ਼ਲ ਦੇ ਵਿੱਚ ਵੀ ਸੇਮ ਆ ਰਹੇ ਨੇ ਕਿਉਂਕਿ ਕੰਸਲਟੈਂਟ ਦੀਆਂ ਰਿਪਰੈਜ਼ੈਂਟੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਚੀਜ਼ਾਂ ਦੇ ਉੱਪਰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਵੀਕਨੈਸ ਦਿਖ ਰਹੀ ਆ। ਇਹਨਾਂ ਦੀ ਫਾਈਲ ਨੂੰ ਆਪਾਂ ਰੀਲੌਂਚ ਕੀਤਾ। ਬੈਕਗਰਾਊਂਡ ਦੀ ਗੱਲ ਕਰ ਲਈਏ ਵੀ ਦੇ ਕੋਲ ਇਕੱਲਾ ਐਗਰੀਕਲਚਰ ਬੈਕਗਰਾਊਂਡ ਆ, ਕੋਈ ਡੇਅਰੀ ਫਾਰਮਿੰਗ ਨਹੀਂ, ਕੋਈ ਜੌਬ ਨਹੀਂ, ਕੋਈ ਅਦਰ ਬਿਜ਼ਨਸ ਨਹੀਂ, ਓਨਲੀ ਐਗਰੀਕਲਚਰ ਬਿਜ਼ਨਸ ਸੀ ਜਿਸ ਨੂੰ ਪ੍ਰੋਪਰ ਇੱਕ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਕੇ ਉਹਨਾਂ ਦੀਆਂ ਪੇਮੈਂਟਸ ਨੂੰ ਤਰੀਕੇ ਨਾਲ ਘੁਮਾ ਕੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਆਪਾਂ ਫਾਈਲ ਦੇ ਵਿੱਚ ਲਗਾਇਆ। ਉਹਦੀ ਜੋ ਪੇਮੈਂਟ ਆ ਰਹੀ ਹੈ ਉਹਦੀ ਜਸਟੀਫਿਕੇਸ਼ਨ ਦਿੱਤੀ ਗਈ, ਸਾਰਾ ਕੁਛ ਵੀ ਪੇਮੈਂਟ ਕਿੱਥੋਂ ਆ ਰਹੀ ਹੈ, ਕੀ ਸੋਰਸ ਆਫ ਇਨਕਮ ਉਹਨਾਂ ਦਾ ਹੈਗਾ, ਉਹ ਸਾਰਾ ਕੁਛ ਕਰਕੇ ਆਪਾਂ ਇਸ ਵੀਰ ਦੀ ਫਾਈਲ ਲਗਾਈ ਸੀ। ਤੇ ਇਹਨਾਂ ਨੂੰ ਐਡੀਸ਼ਨਲ ਡਾਕੂਮੈਂਟ ਰਿਕੁਐਸਟ ਆਈ ਸੀ ਜਿਹੜੀ ਆਈ ਸੀ ਜੀ ਉਹ 22 ਜੂਨ 2022 ਨੂੰ ਐਡੀਸ਼ਨਲ ਡਾਕੂਮੈਂਟ ਦੀ ਰਿਕੁਐਸਟ ਆਈ ਸੀ ਜਿਹਦੇ ਵਿੱਚ ਇਹਨਾਂ ਤੋਂ ਸਿਰਫ ਇਹਨਾਂ ਦੀ ਵਾਈਫ ਦੀਆਂ ਪੇ ਸਟੱਬਸ, ਜੌਬ ਲੈਟਰ ਐਂਡ ਉਹਨਾਂ ਦੀ ਬੈਂਕ ਸਟੇਟਮੈਂਟ ਤੇ ਇਹਨਾਂ ਦਾ ਕਰੰਟ ਸਟੇਟਸ ਜਿਹੜਾ ਇਹ ਮੰਗਿਆ ਗਿਆ ਸੀ। ਹੋਰ ਇਹਨਾਂ ਤੋਂ ਕਿਸੇ ਵੀ ਚੀਜ਼ ਦੀ ਡਿਮਾਂਡ ਨਹੀਂ ਕੀਤੀ ਗਈ। ਤੇ ਆਪਾਂ ਨੂੰ ਜਿਹੜੀ ਹੈਗੀ ਆ ਇਸ ਵੀਰ ਦੀ ਜਿਹੜੀ PPR ਰਿਸੀਵ ਹੋਈ ਸੀ, ਪਹਿਲਾਂ ਤੁਹਾਡੇ ਨਾਲ ਮੈਂ PPR ਵੀ ਇਹਨਾਂ ਵੀਰ ਦੀ ਸ਼ੇਅਰ ਕੀਤੀ ਸੀ ਤੇ ਅੱਜ ਜਿਹੜਾ ਹੈਗਾ ਆਪਾਂ ਨੂੰ ਇਹਨਾਂ ਦਾ ਪਾਸਪੋਰਟ ਜਿਹੜਾ ਹੈਗਾ ਰਿਸੀਵ ਹੋਇਆ ਸਪਾਊਸਲ ਓਪਨ ਵਰਕ ਪਰਮਿਟ ਦਾ। ਠੀਕ ਹੈ ਜੀ, ਤੇ ਇਸ ਵੀਰ ਦਾ ਪਾਸਪੋਰਟ ਜਿਹੜਾ ਹੈਗਾ ਇਹ 2023 ਦੇ ਦਸੰਬਰ ਤੱਕ ਜਿਹੜਾ ਹੈਗਾ ਦਾ ਪਾਸਪੋਰਟ ਸਟੈਂਪ ਹੋ ਕੇ ਆਇਆ। ਹੁਣ ਇਹ ਵੱਡੀ ਗੱਲ ਇਹ ਹੈ ਕਿ ਇਹਦੇ ਵਾਈਫ ਦਾ ਜਿਹੜਾ ਵਰਕ ਪਰਮਿਟ ਹੈਗਾ, ਠੀਕ ਹੈ ਜੀ, ਉਹ ਇਹਨਾਂ ਦੇ ਵਾਈਫ ਦਾ ਵਰਕ ਪਰਮਿਟ ਹੈਗਾ ਅਪ੍ਰੈਲ 2024 ਤੱਕ, ਬਟ ਇਸ ਵੀਰ ਨੂੰ ਜਿਹੜਾ ਪਾਸਪੋਰਟ ਸਟੈਂਪ ਹੋਇਆ ਉਹ ਦਸੰਬਰ 2023 ਤੱਕ ਹੋਇਆ। ਸੋ ਇੱਥੇ ਕਿਤੇ ਨਾ ਕਿਤੇ ਐਮਬੈਸੀ ਥੋੜ੍ਹਾ ਜਿਹਾ ਕਰ ਲੈਂਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਯੂਜ਼ਲੀ ਜਿੰਨੇ ਵੀ ਪਾਸਪੋਰਟ ਸਟੈਂਪ ਹੋ ਕੇ ਆਉਂਦੇ ਨੇ ਉਹ ਉਨੇ ਟਾਈਮ ਦੇ ਹੋ ਕੇ ਆਉਂਦੇ ਨੇ ਜਿੰਨਾ ਤੁਹਾਡੇ ਵਾਈਫ ਦਾ ਲੀਗਲ ਸਟੇਟਸ ਪਿਆ ਹੈਗਾ ਜਾਂ ਤੁਹਾਡੇ ਸਪਾਊਸ ਦਾ ਲੀਗਲ ਸਟੇਟਸ ਆ। ਸੋ ਇੱਥੇ ਕੋਈ ਇਸ਼ੂ ਨਹੀਂ ਵਾਲੀ ਗੱਲ ਨਹੀਂ ਹੈਗੀ। ਉਹਨੂੰ ਦਸੰਬਰ 2023 ਤੱਕ ਵੀਜ਼ਾ ਮਿਲਿਆ ਹੈਗਾ। ਪਰਮਿਟ ਜਿਹੜਾ ਹੈਗਾ ਉਹ ਉਹਨਾਂ ਨੂੰ ਉਨਾ ਹੀ ਮਿਲੇਗਾ ਜਿੰਨਾ ਇਹਨਾਂ ਦੀ ਵਾਈਫ ਦਾ ਪਰਮਿਟ ਜਿਹੜਾ ਹੈਗਾ ਵੈਲਿਡ ਪਿਆ। ਹੁਣ ਆਪਾਂ ਗੱਲ ਕਰਦੇ ਹਾਂ ਕਿ IRCC ਵੱਲੋਂ ਜਾਂ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਜੋ ਇੱਕ ਅਪਡੇਟ ਦਿੱਤਾ ਗਿਆ ਕਿ ਜਦੋਂ ਵੀ ਕੋਈ ਰਿਫਿਊਜ਼ਲ ਆਉਂਦੀ ਸੀ ਸਪਾਊਸਲ ਓਪਨ ਵਰਕ ਪਰਮਿਟ ਤੇ ਸਭ ਤੋਂ ਪਹਿਲਾਂ ਆਪਾਂ ਸਪਾਊਸਲ ਓਪਨ ਵਰਕ ਪਰਮਿਟ ਦੇ ਕੇਸ ਨੂੰ ਪਿਨ ਪੁਆਇੰਟ ਕਰਕੇ ਜਾਂ ਹਾਈਲਾਈਟ ਕਰਕੇ ਚੱਲਦੇ ਹੈਗੇ ਹਾਂ ਕਿਉਂਕਿ ਇਹ ਇੱਕ ਇਹੋ ਜਿਹੀ ਕੈਟੇਗਰੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਿਹਦੇ ਵਿੱਚ ਬਹੁਤ ਜ਼ਿਆਦਾ ਉਸ ਚੀਜ਼ ਦੀ ਰਿਪਰੈਜ਼ੈਂਟੇਸ਼ਨ ਔਖੀ ਹੋ ਜਾਂਦੀ ਆ। ਬਹੁਤ ਸਾਰੇ ਫੈਕਟਸ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਬਰੀਕੀ ਨਾਲ ਨੋਟਿਸ ਕਰਨਾ ਪੈਂਦਾ ਤਾਂ ਜੋ ਕਿ ਉੱਥੇ ਜਾ ਕੇ ਵੀਜ਼ਾ ਆਫਿਸਰ ਨੂੰ ਇਹ ਰੀਜ਼ਨ ਨਾ ਦੇਣਾ ਪੈ ਜੇ ਕਿ ਦੈਟ ਯੂ ਵਿਲ ਨਾਟ ਲੀਵ ਕੈਨੇਡਾ ਐਟ ਦੀ ਐਂਡ ਆਫ ਯੂਰ ਸਟੇ ਕਿਉਂਕਿ ਇੱਕ ਬਹੁਤ ਇੱਕ ਲੋਕਾਂ ਨੂੰ ਜਾਂ ਐਪਲੀਕੈਂਟਸ ਨੂੰ ਏਜੰਟਸ ਨੂੰ ਦੇਖਣ 'ਚ ਬਹੁਤ ਇੱਕ ਆਮ ਜੀ ਗੱਲ ਲੱਗਦੀ ਹੈ। ਤਾਂ ਜੀ ਬਹੁਤ ਸਾਰੇ ਤਾਂ ਇਸ ਚੀਜ਼ ਦਾ ਰਿਪਲਾਈ ਇਹ ਕਰ ਦਿੰਦੇ ਨੇ ਤਾਂ ਐਮਬੈਸੀ ਵੈਸੇ ਲਿਖ ਦਿੰਦੀ ਹੈ ਜੀ ਕੋਈ ਤੁਹਾਡੀ ਆਪਾਂ ਫਾਈਲ ਦੁਬਾਰਾ ਲਾ ਦਿੰਦੇ, ਬਟ ਇਹ ਵੈਸੇ ਲਿਖਣ ਵਾਲੀ ਚੀਜ਼ ਨਹੀਂ ਹੈਗੀ। ਅਗਰ ਇਹਦੀ ਆਪਾਂ ਗਹਿਰਾਈ ਦੇ ਵਿੱਚ ਡੂੰਘਾਈ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ IRCC ਖੁਦ ਇਸ ਫੈਕਟ ਤੋਂ ਵੀਜ਼ਾ ਆਫਿਸਰਸ ਦੇ ਇਹਨਾਂ ਰੀਜ਼ਨਸ ਤੋਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਵਰੀਡ ਹੈ ਕਿ ਇਹ ਰੀਜ਼ਨ ਦਿੱਤਾ ਕਿਉਂ ਜਾਂਦਾ ਕਿ ਤੁਸੀਂ ਵਾਪਸ ਨਹੀਂ ਆਉਣਾ। ਠੀਕ ਹੈ, ਤਾਂ ਉਹਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਚੀਜ਼ਾਂ ਨੂੰ ਜਦੋਂ ਆਪਾਂ ਉਹਨਾਂ ਫੈਕਟਸ ਨੂੰ ਡੂੰਘਾਈ ਦੇ ਵਿੱਚ ਦੇਖਦੇ ਹਾਂ ਜਾਂ ਡੀਪਲੀ ਆਪਾਂ ਉਸ ਚੀਜ਼ ਦੇ ਉੱਪਰ ਰਿਸਰਚ ਕਰਦੇ ਹੈਗੇ ਹਾਂ ਤਾਂ ਉੱਥੇ ਇਸ ਚੀਜ਼ ਦਾ ਪਤਾ ਲੱਗਦਾ ਕਿ ਜਿਹੜਾ ਐਪਲੀਕੈਂਟ ਹੈਗਾ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਪ੍ਰੋਫਾਈਲ ਨੂੰ ਮਿਸਮੈਚ ਕੀਤਾ ਹੁੰਦਾ ਜਾਂ ਤਾਂ ਆਪਣੇ ਫਾਈਨੈਂਸਿਸ ਨੂੰ ਮਿਸਮੈਚ ਕਰੀ ਬੈਠੇ ਹੁੰਦੇ ਨੇ। ਠੀਕ ਹੈ ਜੀ, ਜਾਂ ਉਹ ਆਪਣੀ ਕੈਨੇਡੀਅਨ ਪ੍ਰੋਫਾਈਲ ਨੂੰ ਮਿਸਮੈਚ ਕਰੀ ਬੈਠੇ ਹੁੰਦੇ ਨੇ ਜਾਂ ਆਪਣੇ ਰਿਲੇਸ਼ਨਸ਼ਿਪ ਨੂੰ। ਸੋ ਕਿਤੇ ਨਾ ਕਿਤੇ ਉਹਨਾਂ ਦੀ ਵੀਕਨੈਸ ਜਿਹੜੀ ਹੈਗੀ ਆ ਦੇਖਣ ਨੂੰ ਮਿਲਦੀ ਆ। ਬਟ ਜਦੋਂ ਰਿਫਿਊਜ਼ਲ ਆਉਂਦੀ ਹੈਗੀ ਆ ਤਾਂ ਉਸ ਤੋਂ ਬਾਅਦ ਹਰੇਕ ਐਪਲੀਕੈਂਟ ਨੂੰ ਕੀ ਹੁੰਦਾ ਸੀ ਆਪਾਂ ਕਹਿੰਦੇ ਕਿ ਤੁਸੀਂ ਆਪਣੇ GCMS ਨੋਟ ਸਕੇਪਸ ਨੋਟ ਅਪਲਾਈ ਕਰੋ। ਠੀਕ ਹੈ ਜੀ, ਐਮਬੈਸੀ ਹੈ ਤਾਂ ਉਹਨਾਂ ਦੇ ਕੋਲ ਅੱਜ ਲੱਖਾਂ ਦੀਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਪੈਂਡਿੰਗ ਆ ਜੋ ਪ੍ਰੋਸੈਸਿੰਗ ਦੇ ਵਿੱਚ ਪਈਆਂ ਹੈਗੀਆਂ ਨੇ। ਸੋ ਉਹਨਾਂ ਨੇ ਅਗਰ ਇੱਕ ਐਪਲੀਕੇਸ਼ਨ ਦਾ ਰਿਜ਼ਲਟ ਦਿੱਤਾ, ਸਪੋਜ਼ ਕਰੋ ਰਿਫਿਊਜ਼ਲ ਦਿੱਤੀ, ਸੋ ਉਹਨਾਂ ਵੱਲੋਂ
ਉਹ ਐਪਲੀਕੇਸ਼ਨ ਕਲੋਜ਼ ਕਰ ਦਿੱਤੀ ਗਈ। ਬਟ ਉਸ ਤੋਂ ਬਾਅਦ ਜਦੋਂ ਐਪਲੀਕੈਂਟ GCMS ਨੋਟ ਸਪਲਾਈ ਕਰਦਾ ਹੁੰਦਾ ਤਾਂ ਉਹੀ ਜਿਹੜੀ ਇੱਕ ਐਪਲੀਕੇਸ਼ਨ ਦਾ ਬਰਡਨ ਘਟਿਆ ਸੀ ਉਹ GCMS ਨੋਟਸ ਦੇ ਜ਼ਰੀਏ ਜਾਂ GCMS ਨੋਟ ਦੇ ਰੂਪ ਦੇ ਵਿੱਚ ਅੰਬੈਸੀ ਉੱਪਰ ਦੁਬਾਰਾ ਉਸ ਚੀਜ਼ ਦਾ ਬਰਡਨ ਜਿਹੜਾ ਹੈਗਾ ਫਿਰ ਪੈ ਜਾਂਦਾ। ਸੋ ਅੰਬੈਸੀ ਨੇ ਆਪਣੇ ਇਸ ਬਰਡਨ ਨੂੰ ਘਟਾਉਣ ਦੇ ਵਾਸਤੇ ਐਂਡ ਜਿਹੜਾ ਹੈਗਾ ਕਿ ਪ੍ਰੋਸੈਸ ਨੂੰ ਫਾਸਟ ਕਰਨ ਵਾਸਤੇ ਐਂਡ ਸਭ ਤੋਂ ਵੱਡੀ ਗੱਲ ਕਰ ਲਈਏ ਕਿ ਇੱਕ ਤੁਹਾਨੂੰ ਜੋ ਰਿਫਿਊਜ਼ਲ ਦਾ ਰੀਜ਼ਨ ਜਿਹੜਾ ਹੈਗਾ ਜੈਨੂਨ ਪਤਾ ਲੱਗ ਜਾਏ ਤਾਂ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਕਿ ਵੀਜ਼ਾ ਆਫਿਸਰਸ ਨੂੰ ਕਿ ਜਦੋਂ ਵੀ ਰਿਫਿਊਜ਼ਲ ਦਿੱਤੀ ਜਾਂਦੀ ਹੈ ਤਾਂ ਜਿਹੜਾ ਮੇਨ ਜੋ ਪ੍ਰਿੰਸੀਪਲ ਪੈਰਾਗ੍ਰਾਫ ਹੁੰਦਾ ਆਪਣਾ ਜਿਹਦੀ ਗੱਲ ਕਰ ਲੈਂਦੇ ਹਾਂ ਕਿ GCMS ਨੋਟਸ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਤੁਸੀਂ ਰਿਫਿਊਜ਼ਲ ਲੈਟਰਸ ਦੇ ਵਿੱਚ ਜਿਹੜਾ ਹੈਗਾ ਹੁਣ ਦੇਣਾ ਸ਼ੁਰੂ ਕਰਨਾ ਤਾਂ ਜੋ ਐਪਲੀਕੈਂਟਸ ਨੂੰ ਹੁੰਦਾ ਹੈ ਕਿ ਬਹੁਤ ਹੱਦ ਤੱਕ ਜਿਹੜਾ ਹੈਗਾ GCMS ਨੋਟਸ ਦੀ ਜੋ ਐਪਲੀਕੇਸ਼ਨਸ ਆਉਂਦੀਆਂ ਹੈਗੀਆਂ ਉਹ ਘੱਟ ਜਾਣ, ਐਮਬੈਸੀ ਉੱਪਰ ਬਰਡਨ ਘਟੇ ਐਂਡ ਸਭ ਤੋਂ ਵੱਡਾ ਜਿਹੜਾ ਹੈਗਾ ਪੋਜ਼ਿਟਿਵ ਬੈਨੀਫਿਟ ਜਿਹੜਾ ਹੈਗਾ ਐਪਲੀਕੈਂਟ ਨੂੰ ਮਿਲੇ ਕਿਉਂਕਿ ਉਹਨਾਂ ਨੇ ਦੁਬਾਰਾ ਆਪਣੀ ਅਗਰ ਫਾਈਲ ਰੀਲੌਂਚ ਕਰਦੇ ਹੈਗੇ ਨੇ ਜਾਂ ਉਹਨਾਂ ਨੇ ਰੀਲੌਂਚ ਨਹੀਂ ਵੀ ਕਰਨੀ ਸੋ ਅੰਬੈਸੀ ਵੱਲੋਂ ਇੱਕ ਕਲੀਨ ਐਂਡ ਕਲੀਅਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਟਰਾਂਸਪੇਰੈਂਸੀ ਦੇ ਨਾਲ ਉਹਨਾਂ ਨੂੰ ਰੀਜ਼ਨ ਦਾ ਪਤਾ ਲੱਗੇ ਕਿ ਸਾਡੀ ਪ੍ਰੋਫਾਈਲ ਕਿਸ ਵਜ੍ਹਾ ਕਰਕੇ ਜਿਹੜੀ ਹੈਗੀ ਹੈ ਰਿਫਿਊਜ਼ ਕੀਤੀ ਗਈ। ਸੋ ਇੱਕ ਪ੍ਰਿੰਸੀਪਲ ਪੈਰਾਗ੍ਰਾਫ ਦੀ ਗੱਲ ਕਰ ਲਈਏ ਜਾਂ ਮੇਨ ਪੈਰਾਗ੍ਰਾਫ ਦੀ ਗੱਲ ਕਰ ਲਈਏ ਕਿਸੇ ਵੀ ਵਰਡਿੰਗ ਨਾਲ ਆਪਾਂ ਨੂੰ ਯੂਜ਼ ਕਰ ਸਕਦੇ ਹਾਂ। ਕਹਿੰਦਾ ਭਾਵ ਜੋ ਤੁਹਾਡੀ ਰਿਫਿਊਜ਼ਲ ਦੇ ਵਿੱਚ ਰੀਜ਼ਨ ਹੁੰਦਾ ਉਹ ਅੱਜ ਕੱਲ੍ਹ ਆਪਾਂ ਨੂੰ ਰਿਫਿਊਜ਼ਲ ਲੈਟਰਸ ਦੇ ਵਿੱਚ ਵੇਖਣ ਨੂੰ ਜਿਹੜਾ ਹੈਗਾ ਮਿਲ ਰਿਹਾ ਹੈਗਾ। ਹੁਣ ਗੱਲ ਕਰ ਲਈਏ ਇੱਥੇ ਕੰਸਲਟੈਂਟ ਇਸ ਚੀਜ਼ ਨੂੰ ਮਿਸ ਰਿਪਰੈਜ਼ੈਂਟ ਕਿਸ ਤਰੀਕੇ ਨਾਲ ਕਰ ਰਹੇ ਨੇ। ਇੱਕ ਵੀਰ ਹੈਗਾ ਉਹਨਾਂ ਨੇ ਆਪਣੀ ਰਿਫਿਊਜ਼ਲ ਲੈਟਰ ਚਲਾਉਣ ਦੀ ਕਿਸੇ ਕੰਸਲਟੈਂਟ ਤੋਂ ਰਿਫਿਊਜ਼ਲ ਆਈ। ਹੁਣ ਬਹੁਤ ਟਾਈਮ ਤੋਂ ਇੱਦਾਂ ਦੀਆਂ ਰਿਫਿਊਜ਼ਲਸ ਹੀ ਦੇਖਣ ਨੂੰ ਜਾਂ ਪੜ੍ਹਨ ਨੂੰ ਮਿਲਦੀਆਂ ਹੁੰਦੀਆਂ ਸੀ ਦੈਟ ਯੂ ਵਿਲ ਨਾਟ ਲੀਵ ਕੈਨੇਡਾ ਐਟ ਦੀ ਐਂਡ ਆਫ ਯੂਅਰ ਸਟੇ, ਯੂਅਰ ਫਾਈਨੈਂਸ਼ੀਅਲ ਸਟੇਟਸ ਐਂਡ ਪਰਸਨਲ ਮੈਟਰਸ, ਯੂਅਰ ਰਿਲੇਸ਼ਨਸ਼ਿਪ, ਯੂਅਰ ਫੈਮਿਲੀ ਟਾਈਜ਼। ਇਹ ਬੇਸਿਕ ਜੇ ਸਭ ਨੂੰ ਵੇਖਣ 'ਚ ਲੱਗਦਾ ਹੁੰਦਾ ਸੀ ਕਿ ਯਾਰ ਮੈਨੂੰ ਆਹ ਚੀਜ਼ ਦਿੱਤੀ ਇਹ 'ਚ ਆਹ ਦਿੱਕਤ ਆਊਗੀ। ਬਟ ਹੁਣ ਜਦੋਂ ਉਹਦਾ ਮੇਨ ਪੈਰਾਗ੍ਰਾਫ ਡਿਸਕਸ ਕਰਨ ਲੱਗ ਗਏ ਠੀਕ ਹੈ ਤਾਂ ਉਹ ਇੱਕ ਬੜੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਸ ਚੀਜ਼ ਨੂੰ ਜਿਹੜਾ ਹੈਗਾ ਰਿਫਿਊਜ਼ਲ ਲੈਟਰ ਦੇ ਵਿੱਚ ਉਹਨੂੰ ਦਿਖਾਇਆ ਜਾਂਦਾ ਹੈ। ਸੋ ਬਹੁਤ ਸਾਰੇ ਏਜੰਟਸ ਹੈਗੇ ਆ ਜਿਨ੍ਹਾਂ ਨੂੰ ਉਹ ਚੀਜ਼ ਦੀ ਰਿਪਰੈਜ਼ੈਂਟੇਸ਼ਨ ਆ ਹੀ ਨਹੀਂ ਰਹੀ ਹੈਗੀ ਕਿ ਅਸੀਂ ਉਹਦਾ ਕਹੀਏ ਕਿੱਦਾਂ। ਸੋ ਉੱਥੇ ਉਹਨਾਂ ਨੇ ਕਿਉਂਕਿ ਮੇਰੇ ਕੋਲ ਵੀਰ ਆਇਆ ਸੋ ਇਸ ਚੀਜ਼ ਨੂੰ ਆਪਾਂ ਕਿਉਂ ਅੱਜ ਇਹ ਟੌਪਿਕ ਨੂੰ ਚੱਕਿਆ ਹੈਗਾ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜਿਹਨੇ ਚੋਰੀ ਕਰਨੀ ਹੋਵੇ ਨਾ ਉਹਦੇ ਵਾਸਤੇ ਕੋਈ ਤਾਲਾ ਜਾਂ ਤਜੋਰੀ ਮਾਇਨਾ ਨਹੀਂ ਰੱਖਦੀ ਹੁੰਦੀ, ਉਹਨੇ ਕੋਈ ਨਾ ਕੋਈ ਜਿਹੜਾ ਹੁੰਦਾ ਉਸ ਚੀਜ਼ ਦੇ ਉੱਪਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਨਾ ਕੋਈ ਉਹਨੇ ਜੁਗਾੜ ਲਾ ਲੈਣਾ। ਮੇਰੇ ਕੋਲ ਵੀਰ ਆਇਆ ਇੱਕ ਉਹ ਕਹਿੰਦਾ ਕਿ ਭਾਜੀ ਕਿ ਮੇਰੀ ਮੈਂ ਬਾਹਰੋਂ ਆਪਣੀ ਫਾਈਲ ਲਗਵਾਈ ਹੋਈ ਸੀ ਠੀਕ ਹੈ ਜੀ। ਸੋ ਉਹਨਾਂ ਦਾ ਆਫਿਸ ਇੱਥੇ ਇੰਡੀਆ ਦੇ ਵਿੱਚ ਵੀ ਹੈਗਾ। ਸੋ ਉਹਨਾਂ ਨੇ ਕਿਹਾ ਕਿ ਮੇਰੀ ਜਦੋਂ ਰਿਫਿਊਜ਼ਲ ਆ ਗਈ ਤੇ ਜਦੋਂ ਮੈਂ ਆਪਣਾ ਰਿਫਿਊਜ਼ਲ ਦਾ ਰੀਜ਼ਨ ਪੁੱਛਿਆ ਉਹ ਕਹਿੰਦੇ ਕਿ ਰੀਜ਼ਨ ਹਜੇ ਤਾਂ ਐਮਬੈਸੀ ਨੇ ਤੁਹਾਨੂੰ ਕਲੀਅਰ ਕੱਟ ਕੁਛ ਨਹੀਂ ਦੱਸਿਆ, ਇਹ ਤਾਂ ਕੋਈ ਹੋਰ ਨਵੀਂ ਜੀ ਕਾਰਨ ਦਿੱਤਾ ਵਾ, ਹੋਰ ਤੇ ਬੈਨ ਤਾਂ ਨਹੀਂ ਹੈਗਾ। ਸੋ ਅਸੀਂ ਇਸ ਚੀਜ਼ ਦਾ ਨਾਲ ਤੇਰੇ GCMS ਨੋਟ ਸਪਲਾਈ ਕਰਦੇ ਹੈਗੇ। ਉਹ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ GCMS ਨੋਟ ਸਪਲਾਈ ਕਰੋ ਤੇ ਉਹ ਕਹਿੰਦੇ GCMS ਨੋਟ ਦੀ ਫੀਸ ਜਿਹੜੀ ਹੈਗੀ ਤੈਨੂੰ $500 ਪੇ ਕਰਨਾ ਪਊਗਾ ਠੀਕ ਹੈ। ਅਸੀਂ ਬਾਹਰੋਂ ਅਪਲਾਵਾਂਗੇ, ਬਾਹਰੋਂ ਸਾਡਾ ਲਾਇਰ ਜਿਹੜਾ ਹੈਗਾ ਉਹ ਜਾ ਕੇ ਜਿਹੜਾ ਹੈਗਾ ਅਪਲਾਈ ਕਰਕੇ ਆਊਗਾ ਇਹਨਾਂ GCMS ਨੋਟਸ ਨੂੰ। ਉਹ ਚਲੋ ਕਿਤੇ ਉਹਨਾਂ ਨੇ ਕੋਈ ਵੀਡੀਓ ਦੇਖੀ ਹੋਣੀ ਆ, ਹੋ ਸਕਦਾ ਆਪਣੀ ਵੀਡੀਓ ਦੇਖੀ ਹੋਵੇ ਜਾਂ ਕਿਸੇ ਹੋਰ ਆਪਣੇ ਵੀਰ ਭਰਾ ਦੀ ਉਹਨਾਂ ਨੇ ਵੀਡੀਓ ਦੇਖੀ ਹੋਵੇ GCMS ਨੋਟਸ ਦੇ ਰਿਗਾਰਡਿੰਗ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਕੰਸਲਟ ਕੀਤਾ। ਰਿਫਿਊਜ਼ਲ ਲੈਟਰ ਉਹਨਾਂ ਨੇ ਆਪਣਾ ਲੈ ਕੇ ਆਏ ਠੀਕ ਹੈ ਜੀ, ਕੱਲ੍ਹ ਦੀ ਗੱਲ ਹੀ ਆ, ਕੱਲ੍ਹ ਹੀ ਆਪਣਾ ਰਿਫਿਊਜ਼ਲ ਲੈਟਰ ਜਦੋਂ ਨਾਲ ਲੈ ਕੇ ਆਏ ਆਪਣੀ ਪ੍ਰੀਵੀਅਸ ਫਾਈਲ ਲੈ ਕੇ ਆਏ। ਸੋ ਉਹਦਾ ਰੀਜ਼ਨ ਜਿਹੜਾ ਹੈਗਾ ਇੱਕ ਸੇਮ ਆਪਾਂ ਗੱਲ ਕਰ ਲਈਏ ਕਿ ਉਹਨਾਂ ਦੀ ਫਾਈਨੈਂਸਿਸ ਨੂੰ ਲੈ ਕੇ ਵੀਜ਼ਾ ਆਫਿਸਰ ਨੇ ਕਿਹਾ ਹੋਇਆ ਸੀ ਕਿ ਮੈਨੂੰ ਲੱਗ ਰਿਹਾ ਕਿ ਤੁਹਾਡੀ ਜੌਬ ਜਾਂ ਤੁਹਾਡਾ ਬਿਜ਼ਨਸ ਜਿਹੜਾ ਹੈਗਾ ਇਹ ਜੈਨੂਅਨ ਨਹੀਂ ਹੈਗਾ ਠੀਕ ਹੈ, ਤੁਸੀਂ ਸਟੇਬਲ ਨਹੀਂ ਹੈਗੇ ਇਸ ਚੀਜ਼ ਨੂੰ ਲੈ ਕੇ। ਸਿਰਫ ਉਹਦਾ ਰੀਜ਼ਨ ਇੰਨਾ ਕੁ ਸੀ। ਬਟ ਉਹ ਕਹਿੰਦੇ ਕਿ ਮੇਰੇ ਕੰਸਲਟੈਂਟ ਨੇ ਕਿਹਾ ਕਿ ਸਾਨੂੰ ਇਸ ਚੀਜ਼ ਦੀ ਇਹ ਰੀਜ਼ਨ ਜਿਹੜਾ ਹੈਗਾ ਐਮਬੈਸੀ ਨੇ ਬਹੁਤ ਵੱਡਾ ਰੀਜ਼ਨ ਦਿੱਤਾ ਹੋਇਆ ਕਿਉਂਕਿ ਫਾਈਨੈਂਸ਼ੀਅਲ ਸਟੇਟਸ ਵਾਲਾ ਰੀਜ਼ਨ ਹੁੰਦਾ ਤਾਂ ਉੱਥੇ ਆਹ ਚੀਜ਼ ਲਿਖੀ ਆਉਣੀ ਸੀ। ਬਟ ਇਹ ਚੀਜ਼ ਅਸੀਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰ ਵੇਖ ਰਹੇ ਹਾਂ। ਸੋ ਇਹ ਚੀਜ਼ ਜਿਹੜੀ ਹੈਗੀ ਸਾਨੂੰ ਵੇਖਣ ਨੂੰ ਮਿਲਦੀ ਹੈ। ਤੁਸੀਂ GCMS ਨੋਟ ਸਪਲਾਈ ਕਰੋ। ਤਾਂ ਫੀਸ ਦੀ ਗੱਲ ਕੀਤੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਆਪਣੇ ਸਪਾਊਸ ਤੋਂ ਜਿਹੜੀ ਹੈਗੀ ਆ ਉੱਥੋਂ ਬਾਹਰੋਂ ਅਪਲਾਈ ਕਰਵਾ ਸਕਦੇ ਹੋ ਜਿਹਦੀ ਸਿਰਫ $5 ਫੀਸ ਹੁੰਦੀ ਆ ਠੀਕ ਹੈ ਜੀ। $5 ਕੈਨੇਡੀਅਨ ਡਾਲਰ 5 ਕੈਨੇਡੀਅਨ ਡਾਲਰ ਜਿਹੜੀ ਹੈਗੀ ਆ ਸਿਰਫ GCMS ਨੋਟ ਸਪਲਾਈ ਕਰਨ ਦੀ ਫੀਸ ਹੈ। ਮੈਂ ਕਿਹਾ ਤੁਹਾਡਾ ਸਪਾਊਸ ਈਜ਼ੀਲੀ ਉਸ ਚੀਜ਼ ਨੂੰ ਅਪਲਾਈ ਕਰ ਸਕਦਾ ਕਿ ਤੁਸੀਂ ਉਹਨਾਂ ਤੋਂ ਕਰਵਾਓ। ਬਟ ਉਹ ਕਹਿੰਦਾ ਕਿ ਭਾਜੀ ਸਾਨੂੰ ਸਾਡਾ ਕੰਸਲਟੈਂਟ ਜੋ ਕਿ ਆਲਰੇਡੀ ਬਾਹਰ ਆ ਉਹ ਕਹਿ ਰਿਹਾ ਕਿ ਤੁਹਾਡਾ $500 ਲੱਗੂਗਾ। ਸੋ ਇਹਨਾਂ ਚੀਜ਼ਾਂ ਤੋਂ ਯਾਰ ਥੋੜ੍ਹਾ ਜਿਹਾ ਸਕੈਮ ਤੋਂ ਬਚੋ ਕਿਉਂਕਿ ਆਪਾਂ ਨੂੰ ਅਵੇਅਰਨੈਸ ਦੀ ਇਸ ਚੀਜ਼ ਦੇ ਉੱਪਰ ਬਹੁਤ ਲੋੜ ਹੈ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਅੱਛੇ ਲੋਕਾਂ ਦੀ ਬਹੁਤ ਜ਼ਰੂਰਤ ਹੈਗੀ ਆ ਠੀਕ ਹੈ। ਕਿਉਂਕਿ ਕੋਈ ਵੀ ਪਰਸਨ ਹੁੰਦਾ ਉਹ ਆਪਣੇ ਕੋਲ ਆਪਣੀ ਲਾਈਫ ਦਾ ਲਾਈਫ ਲੈ ਕੇ ਆਉਂਦਾ ਕਿ ਭਾਜੀ ਮੈਂ ਤੁਹਾਡੀ ਰਾਏ ਦੇ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਠੀਕ ਹੈ। ਇੱਕ ਕੰਸਲਟੈਂਟ ਹੋਣ ਦੇ ਨਾਤੇ ਉੱਥੇ ਆਪਣਾ ਫਰਜ਼ ਹੁੰਦਾ। ਬਹੁਤ ਸਾਰੇ ਲੋਕ ਉੱਥੇ ਇੱਕ ਰੱਬ ਦੇ ਨਜ਼ਰੀਏ ਨਾਲ ਦੇਖਦੇ ਨੇ, ਇੱਕ ਆਪਣੇ ਤੋਂ ਬਹੁਤ ਵੱਡਾ ਸੋਚ ਕੇ ਚੱਲਦੇ ਨੇ ਕਿ ਨਹੀਂ ਯਾਰ ਅਸੀਂ ਸਾਨੂੰ ਇਹ ਬੰਦੇ ਨੇ ਸਲਾਹ ਦੇਣੀ ਆ, ਇਹ ਬੰਦੇ ਦੀ ਦਿੱਤੀ ਹੋਈ ਸਲਾਹ ਨੇ ਜਿਹੜੇ ਸਾਨੂੰ ਰਾਹ ਚੜਾਤਾ ਅਸੀਂ ਉਸੇ ਰਾਹੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਸੋਹਣਾ ਬਣਾਉਣਾ ਹੈਗਾ। ਸੋ ਅਗਰ ਇੱਕ ਕੰਸਲਟੈਂਟ ਦੀ ਦਿੱਤੀ ਹੋਈ ਮਾੜੀ ਰਾਏ ਨਾਲ ਕਿਸੇ ਦੀ ਲਾਈਫ ਖਰਾਬ ਹੁੰਦੀ ਹੈ ਨਾ ਤਾਂ ਉਹ ਕਿਤੇ ਨਾ ਕਿਤੇ ਯਾਰ ਬਹੁਤ ਇਫੈਕਟ ਹੁੰਦੀ ਆ। ਇਸ ਇੰਡਸਟਰੀ ਨੂੰ ਵੀ ਮਾੜਾ ਇਫੈਕਟ ਕਰਦੀ ਹੈਗੀ ਆ, ਇਮੇਜ ਨੂੰ ਮਿੱਟੀ ਕਰਦੀ ਹੈਗੀ ਆ ਔਰ ਮੋਰ ਓਵਰ ਕੀ ਹੈਗਾ ਜਿਹੜਾ ਉਹ ਐਪਲੀਕੈਂਟ ਹੈਗਾ ਉਹ ਆਪਣੇ ਸਾਰੇ ਸੁਪਨਿਆਂ ਤੋਂ ਜਿਹੜਾ ਹੁੰਦਾ ਹੱਥ ਧੋ ਬੈਠਦਾ। ਸੋ ਇਹਨਾਂ ਚੀਜ਼ਾਂ ਦੇ ਉੱਪਰ ਥੋੜ੍ਹਾ ਬਚਿਆ ਕਰੋ। ਸੋ ਜਿੰਨੇ ਵੀ ਰਿਫਿਊਜ਼ਲ ਲੈਟਰਸ ਆ ਰਹੇ ਨੇ ਉਹਦੇ ਵਿੱਚ ਵੀਜ਼ਾ ਆਫਿਸਰ ਆਪਾਂ ਨੂੰ ਜੋ ਪ੍ਰਿੰਸੀਪਲ ਪੈਰਾਗ੍ਰਾਫ ਹੈਗਾ ਮੇਨ ਪੈਰਾਗ੍ਰਾਫ ਜਿਹੜਾ ਹੈਗਾ ਉਹ ਅੱਜ ਕੱਲ੍ਹ ਲਿਖ ਕੇ ਜਿਹੜਾ ਹੈਗਾ ਦੱਸ ਕੇ ਭੇਜ ਰਹੇ ਹੈਗੇ ਨੇ। ਸੋ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਲੈਰੀਫਿਕੇਸ਼ਨ ਜਿਹੜੀ ਹੈਗੀ ਆ ਬਹੁਤ ਵਧੀਆ ਐਂਡ ਬੜੀ ਤਰੀਕੇ ਦੇ ਨਾਲ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਰਿਫਿਊਜ਼ਲ ਲੈਟਰ ਦੇ ਵਿੱਚ ਆਪਾਂ ਨੂੰ ਰਿਪਰੈਜ਼ੈਂਟੇਸ਼ਨ ਦੇ ਤੌਰ ਦੇ ਵਿੱਚ ਮਿਲ ਜਾਂਦੀ ਹੈ।
ਸੋ ਜਿੰਨਾ ਵੀ ਵੀਰਾਂ ਦੀਆਂ ਰਿਫਿਊਜ਼ਲਸ ਆਈਆਂ ਹੋਈਆਂ ਨੇ ਜਾਂ ਉਹਨਾਂ ਨੇ ਆਪਣੀ ਫਾਈਲ ਰੀਲੌਜ ਕਰਨੀ ਹੈ ਜਾਂ ਜਿਨ੍ਹਾਂ ਦਾ ਫਰੈਸ਼ ਕੇਸ ਹੈਗਾ, ਜਿਨ੍ਹਾਂ ਦੇ ਸਪਾਊਸ ਦਾ ਸਮੈਸਟਰ ਆਲਰੇਡੀ ਹੁਣ ਇੱਕ ਸਮੈਸਟਰ ਜਿਹੜਾ ਹੈਗਾ ਇਨ ਦਿਸ ਮੰਥ ਜਿਹੜਾ ਹੈਗਾ ਨੈਕਸਟ ਮੰਥ ਅਗਸਤ ਦੇ ਵਿੱਚ ਉਹਨਾਂ ਦਾ ਖਤਮ ਹੋ ਜਾਣਾ, ਉਹ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੈਗੇ ਨੇ। ਕਿਉਂਕਿ ਬਹੁਤ ਸਾਰੇ ਵੀਰ ਹੁੰਦੇ ਨੇ ਕਿ ਉਹ ਕਰਦੇ ਨੇ ਕਿ ਅਸੀਂ ਜੀ ਸਮੈਸਟਰ ਸਾਨੂੰ ਕੰਸਲਟੈਂਟ ਨੇ ਕਿਹਾ ਇੱਕ ਸਮੈਸਟਰ ਪੂਰਾ ਹੋਊਗਾ, ਉਸ ਤੋਂ ਬਾਅਦ ਫਾਈਲ ਲਾਵਾਂਗੇ, ਠੀਕ ਹੈ। ਸੋ ਆਪਣੀ ਤੁਸੀਂ ਐਪਲੀਕੇਸ਼ਨ ਨੂੰ ਪਹਿਲਾਂ ਜਿਹੜਾ ਹੁੰਦਾ ਹੈ 1 ਮੰਥ 2 ਮੰਥ ਪਹਿਲਾਂ ਜਿਹੜਾ ਹੁੰਦਾ ਉਹਦੀ ਪ੍ਰੈਪਰੇਸ਼ਨ ਸ਼ੁਰੂ ਕਰ ਦਿਆ ਕਰੋ, ਤਾਂ ਜੋ ਤੁਹਾਡੇ ਰਿਪਰੈਜ਼ੈਂਟੇਟਿਵ ਨੂੰ ਵੀ ਥੋੜ੍ਹਾ ਜਿਹਾ ਟਾਈਮ ਮਿਲ ਜਾਵੇ, ਉਹਨੂੰ ਅੱਛੇ ਇੱਕ ਤਰੀਕੇ ਦੇ ਨਾਲ ਜਿਹਨੂੰ ਕਹਿੰਦੇ ਰੂਹ ਨਾਲ ਫਾਈਲ ਤਿਆਰ ਕਰਨ ਦਾ ਟਾਈਮ ਮਿਲ ਜੇ। ਐਂਡ ਸੈਕੰਡਲੀ ਤੁਹਾਨੂੰ ਵੀ ਜਿਹੜਾ ਹੁੰਦਾ ਈਜ਼ੀਲੀ ਡਾਕੂਮੈਂਟ ਪ੍ਰਿਪੇਅਰ ਕਰਨ ਦਾ ਜਿਹੜਾ ਹੈਗਾ ਤੁਹਾਨੂੰ ਸਮਾਂ ਮਿਲਦਾ ਰਹੇ, ਤਾਂ ਜੋ ਉੱਧਰੋਂ ਸਮੈਸਟਰ ਕੰਪਲੀਟ ਹੋਵੇ, ਡਾਕੂਮੈਂਟੇਸ਼ਨ ਕੰਪਲੀਟ ਹੋਵੇ ਅਤੇ ਨਾਲ ਦੀ ਨਾਲ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਵਿਦਾਊਟ ਐਨੀ ਡਿਲੇ ਜਿਹੜੀ ਹੁੰਦੀ ਆ ਐਮਬੈਸੀ ਦੇ ਵਿੱਚ ਲੌਜ ਹੋ ਜਾਵੇ, ਠੀਕ ਹੈ ਜੀ। ਸੋ ਤੁਸੀਂ ਵੀ ਅਗਰ ਸਪਾਊਸਲ ਓਪਨ ਵਰਕ ਪਰਮਿਟ ਦੀ ਫਾਈਲ ਆਪਣੀ ਲੌਂਚ ਕਰਵਾਉਣਾ ਚਾਹੁੰਦੇ ਹੋ, ਮਿਲਣਾ ਚਾਹੁੰਦੇ ਹੋ, ਤੁਸੀਂ ਸਾਨੂੰ ਮਿਲ ਸਕਦੇ ਹੋ। ਸਾਡਾ ਹੈੱਡ ਆਫਿਸ ਹੈ ਜੀ ਗਲੋਬਲ SS ਵੀਜ਼ਾ ਐਂਡ ਇਮੀਗ੍ਰੇਸ਼ਨ, ਨੇੜੇ ਕੋਟਕਪੂਰਾ, ਇੰਡੀਅਨ ਗੈਸ ਸਰਵਿਸ, ਜੈਤੋ ਰੋਡ, ਕੋਟਕਪੂਰਾ ਡਿਸਟ੍ਰਿਕਟ, ਫਰੀਦਕੋਟ। ਕੰਟੈਕਟ ਨੰਬਰ ਹੈ ਜੀ 7707850037 7707850037। ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਮਹਾਰਾਜਾ ਅੱਗੇ ਦੁਆ ਕਰਿਆ ਕਰੋ ਕਿ ਸਾਰਿਆਂ ਦੇ ਰਿਜ਼ਲਟ ਜਿਹੜੇ ਹੈਗੇ ਜਿਨ੍ਹਾਂ ਦੀਆਂ ਫਾਈਲ ਪੈਂਡਿੰਗ ਦੇ ਵਿੱਚ ਪਈਆਂ, ਸਪੈਸ਼ਲੀ 2021 ਵਾਲੀਆਂ ਫਾਈਲ, ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਆ ਜਾਣ, ਤਾਂ ਜੋ ਕਿ ਉਹਨਾਂ ਨੂੰ ਇੱਕ ਆਪਣੀ ਫਾਈਲ ਦਾ ਕਲੈਰਿਟੀ ਮਿਲ ਜਾਏ ਕਿ ਸਾਡੀ ਯਾਰ ਫਾਈਲ ਖੜੀ ਕਿੱਥੇ ਗਾ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਸਰਬੱਤ ਦੇ ਭਲੀ ਜਿਹੜੀ ਹੈਗੀ ਆ ਮੇਰੇ ਵੀਰ ਸਾਰੇ ਜਣੇ ਰਲ ਕੇ ਅਰਦਾਸ ਕਰਿਆ ਕਰੋ। ਧੰਨਵਾਦ।